ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਾਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ।
ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ। ਪਾਰੋ ਜੁਲਕਾ ਨਾਮ ਸੁਆਇਓ, ਸੁਣ ਜਸ ਕੋ ਮਿਲ ਬੇਲ ਲਚਾਇਓ। ਪਾਰੋ ਜੁਲਕਾ ਨਾਮ ਸੁਆਇਓ, ਸੁਣ ਜਸ ਕੋ ਮਿਲ ਬੇਲ ਲਚਾਇਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਰੋ ਜੁਲਕਾ ਨਾਮ ਸੁਆਇਓ, ਸੁਣ ਜਸ ਕੋ ਮਿਲ ਬੇਲ ਲਚਾਇਓ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਵਿੱਚ ਆਪ ਜੀ ਸਰਵਣ ਕਰਦੇ ਆ ਰਹੇ ਹੋ, ਗੁਰੂ ਕੇ ਸਿੱਖ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਨੇ, ਆ ਕੇ ਗੁਰੂ ਸਾਹਿਬ ਤੋਂ ਉਪਦੇਸ਼ ਲੈਂਦੇ ਨੇ। ਕੱਲ੍ਹ ਦੇ ਪ੍ਰਕਰਨਾਂ ਵਿੱਚ ਭਾਈ ਧਿੰਗਾ ਜੀ ਆਏ ਔਰ ਗੁਰੂ ਸਾਹਿਬ ਦਾ ਉਪਦੇਸ਼ ਲੈ ਕੇ ਉਸ ਉਪਦੇਸ਼ ਨੂੰ ਕਮਾਇਆ, ਆਪ ਤਰਿਆ, ਪੂਰੇ ਪਰਿਵਾਰ ਦਾ ਭਲਾ ਹੋ ਗਿਆ। ਇਸੇ ਤਰ੍ਹਾਂ ਅੱਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਭਾਈ ਪਾਰੋ ਜੁਲਕਾ ਜੀ, ਉਹਨੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਿਮਾ ਸੁਣੀ, ਬੜਾ ਜਸ ਸੁਣਿਆ ਔਰ ਸੁਣ ਜਸ ਕੋ ਮਿਲ ਬੇਲ ਲਚਾਇਓ। ਮਨ ਦੇ ਵਿੱਚ ਇਹ ਲਾਲਸਾ ਪੈਦਾ ਹੋਈ, ਤਾਂਘ ਪੈਦਾ ਹੋਈ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕੀਤੇ ਜਾਣ। ਨਮਸਕਾਰ ਕਰ ਬੈਠਿਓ ਪਾਸ, ਹਾਥ ਜੋਰ ਕੀਨਸ ਅਰਦਾਸ। ਇਹ ਭਾਈ ਪਾਰੋ ਜੁਲਕਾ ਜੀ ਆਇਆ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਔਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਕੋਲ ਹੀ ਬੈਠ ਕੇ ਨੇ ਹੱਥ ਜੋੜ ਕੇ ਅਰਦਾਸ ਕੀਤੀ। ਸ੍ਰੀ ਗੁਰ ਪਰਮਹੰਸ ਹੋਏ ਕੌਣ, ਲੱਛਣ ਮੋਹਿ ਸੁਣਾਓ ਤੌਣ। ਇਹ ਪਾਰੋ ਜੁਲਕਾ ਜੀ ਨੇ ਔਰ ਇਹ ਬੜਾ ਵੱਡਾ ਆਤਮਿਕ ਤੌਰ 'ਤੇ ਬੜਾ ਵੱਡਾ ਪ੍ਰਸ਼ਨ ਹੈ ਔਰ ਜਿਹਨੂੰ ਇਹਦੇ ਬਾਰੇ ਕੁਝ ਖਬਰ ਹੈ, ਜਾਣਕਾਰੀ ਹੈ, ਇਵੇਂ ਦਾ ਸਵਾਲ ਪੁੱਛੇਗਾ ਵਿਸਲ ਵਿੱਚ ਉਹੀ। ਭਾਈ ਪਾਰੋ ਜੁਲਕਾ ਜੀ ਕਹਿੰਦੇ ਨੇ, ਸਤਿਗੁਰੂ ਜੀ ਪਰਮਹੰਸ ਕੌਣ ਹੁੰਦਾ ਹੈ? ਕਿ ਜਿਹੜੇ ਭਗਤੀ ਕਰਨ ਵਾਲੇ ਨੇ, ਗੁਰਸਿੱਖ ਨੇ, ਪਰਮੇਸ਼ਰ ਦੇ ਭੇਜੇ ਹੋਏ ਭਗਤ ਨੇ, ਉਹਨਾਂ ਵਿੱਚ ਜਿਹੜੇ ਪਰਮਹੰਸ ਬਣਦੇ ਨੇ, ਪਰਮਹੰਸ ਦੀ ਪਦਵੀ ਦਿੱਤੀ ਜਾਂਦੀ ਹੈ, ਉਹ ਕੌਣ ਨੇ ਤੇ ਉਹਨਾਂ ਦੇ ਲੱਛਣ ਕੀ ਹੁੰਦੇ ਨੇ? ਸੁਣੇ ਨਾਮ ਯਾਰ ਰੂਪ ਨਿਹਾਰੇ, ਨਹਿ ਵਿਸ਼ੇਸ਼ ਤੇ ਹਮ ਨਿਰਧਾਰੇ। ਸਤਿਗੁਰੂ ਜੀ ਪਰਮਹੰਸ ਹੁੰਦੇ ਨੇ, ਇਹ ਨਾਮ ਤੇ ਸੁਣੇ ਨੇ ਔਰ ਉਹਨਾਂ ਦੇ ਰੂਪ ਵੀ ਵੇਖੇ ਹੋਣਗੇ।
ਕਿਉਂਕਿ ਹੈ ਤੇ ਆਮ ਮਨੁੱਖਾਂ ਦੇ ਵਰਗੇ ਸਰੀਰ ਤੇ ਉਵੇਂ ਦੇ ਨੇ, ਪਰ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਤੇ ਲੱਛਣ ਜਿਹੜੇ ਨੇ ਉਹ ਨਹੀਂ ਸਮਝ ਲੱਗਦੇ ਕਿ ਜਿਹੜੇ ਪਰਮਹੰਸ ਨੇ ਉਹਨਾਂ ਦੇ ਲੱਛਣ ਦੂਜਿਆਂ ਨਾਲੋਂ ਤਾਂ ਵੱਖਰੇ ਹੋਣਗੇ, ਔਰ ਹੁੰਦੇ ਵੱਖਰੇ ਹੀ ਨੇ। ਇਹ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਵਨ ਬਚਨ ਕਹੇ ਨੇ, ਦੁਨੀਆ ਸਾਰੀ ਇੱਕ ਪਾਸੇ ਤੇ ਉਹ ਰੱਬ ਦੇ ਭਗਤ ਜਿਹੜੇ ਨੇ ਉਹ ਇੱਕ ਪਾਸੇ ਨੇ, ਕਿਉਂਕਿ ਦੁਨੀਆ ਦੀ ਚਾਲ ਦੇ ਨਾਲ ਉਹਨਾਂ ਦੀ ਚਾਲ ਰਲਦੀ ਵੀ ਨਹੀਂ, ਭਗਤਾਂ ਕੀ ਚਾਲ ਨਿਰਾਲੀ, ਬਿਲਕੁਲ ਵੱਖਰੀ ਹੁੰਦੀ ਹੈ। ਤੁਮ ਤੇ ਸੁਣਹਿ ਜਥਾਰਥ ਜਾਣੈ, ਕੋ ਗੁਣ ਤੇ ਤਿਨ ਅਧਿਕ ਬਖਾਨੈ। ਸਤਿਗੁਰੂ ਜੀ ਉਹਨਾਂ ਦੇ ਬਾਰੇ ਜੇ ਤੁਹਾਡੇ ਤੋਂ ਸੁਣ ਲਵਾਂ, ਤੁਸੀਂ ਦੱਸ ਦਿਓ, ਸਮਝਾ ਦਿਓ, ਤੇ ਉਹਨਾਂ ਦੇ ਗੁਣਾਂ ਬਾਰੇ ਫਿਰ ਜਿਹੜੇ ਵਿਸ਼ੇਸ਼ ਰੂਪ ਨੇ, ਗੁਣ ਨੇ, ਲੱਛਣ ਨੇ, ਉਹ ਮੈਂ ਚੰਗੀ ਤਰ੍ਹਾਂ ਨਿਰਧਾਰਿਤ ਕਰ ਲਾਂ, ਉਹਨਾਂ ਨੂੰ ਸਮਝ ਲਵਾਂ, ਪੱਕੇ ਕਰ ਲਵਾਂ। ਸ੍ਰੀ ਅੰਗਤ ਸਭ ਮਤ ਜੁਤ ਹੇਰਾ, ਹੇਤੁ ਉਪਦੇਸ਼ ਕਹਿਓ ਤਿਸ ਬੇਰਾ। ਕਿਉਂਕਿ ਇਵੇਂ ਦੇ ਸਵਾਲ ਦਾ ਜਵਾਬ ਵੀ ਗੁਰੂ ਸਾਹਿਬ ਜੀ ਤਾਂ ਹੀ ਦਿੰਦੇ ਨੇ ਕਿ ਜੇ ਅੰਦਰ ਲੱਗਦਾ ਹੈ ਕਿ ਅਗਲੇ ਦਾ ਭਾਂਡਾ ਬਿਲਕੁਲ ਇਸ ਜਵਾਬ ਨੂੰ ਸਾਂਭਣ ਜੋਗਾ ਹੈ। ਗੁਰੂ ਸਾਹਿਬ ਨੇ ਦੇਖਿਆ ਕਿ ਇਹਦਾ ਮਤ ਜਿਹੜੀ ਇਹਦੀ ਮਤ ਬਿਲਕੁਲ ਨਿਰਮਲ ਹੈ, ਸਾਫ਼ ਹੈ, ਕਿਸੇ ਤਰ੍ਹਾਂ ਦਾ ਅੰਦਰੋਂ ਵਾਲਾ ਛਲਾਵਾ ਨਹੀਂ ਕਰਦਾ। ਔਰ ਗੁਰੂ ਸਾਹਿਬ ਜੀ ਫਿਰ ਉਪਦੇਸ਼ ਦੇਣ ਦੇ ਵਾਸਤੇ, ਪਰਮਹੰਸ ਦੇ ਲੱਛਣ ਦੱਸਣ ਵਾਸਤੇ ਗੁਰੂ ਸਾਹਿਬ ਨੇ ਬਚਨ ਕਹੇ। ਪਰਮਹੰਸ ਕੇ ਸੁਣੀਐ ਲੱਛਣ, ਸੁਣ ਜੇ ਧਰੇ ਸੋ ਮਨੁੱਖ ਵਿਚਛਣ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਪਾਰੋ ਜੁਲਕਾ ਫਿਰ ਸੁਣ, ਪਰਮਹੰਸ ਦੇ ਲੱਛਣ ਸੁਣੋ। ਜਿਹੜਾ ਇਹਨਾਂ ਲੱਛਣਾਂ ਨੂੰ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਨਾ ਸੁਣ ਕੇ, ਅਸਲ ਵਿੱਚ ਉਹ ਮਨੁੱਖ ਸਭ ਤੋਂ ਚਤਰ ਤੇ ਸਭ ਤੋਂ ਸਮਝਦਾਰ ਨੇ। ਇਹ ਕਹਿ ਲਈਏ ਕਿ ਉਹਨਾਂ ਦੇ ਕੋਲ ਹੀ ਵਿਵੇਕ ਬੁੱਧ ਹੁੰਦੀ ਹੈ। ਹੰਸ ਜੇ ਮਾਨ ਸਰੋਵਰ ਰਹੈ, ਮੁਕਤਾ ਕਰੇ ਆਹਾਰ ਜੇ ਲਹੈ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਪਾਰੋ ਜੁਲਕਾ ਇੱਕ ਤੇ ਹੰਸ ਹੈ, ਪਰ ਤੂੰ ਪਰਮਹੰਸ ਦੇ ਬਾਰੇ ਪੁੱਛਿਆ। ਹੰਸ ਜਿਹੜੇ ਨੇ ਉਹ ਮਾਨ ਸਰੋਵਰ ਝੀਲ ਦੇ ਕਿਨਾਰੇ ਤੇ ਰਹਿੰਦੇ ਨੇ। ਉਹਨਾਂ ਦਾ ਆਹਾਰ, ਉਹਨਾਂ ਦਾ ਭੋਜਨ ਕੇਵਲ ਤੇ ਕੇਵਲ ਉੱਥੋਂ ਦੇ ਉਹ ਮੋਤੀ ਨੇ, ਜਿਨ੍ਹਾਂ ਮੋਤੀਆਂ ਨੂੰ ਚੁੱਕ ਕੇ ਉਹ ਆਪਣੀ ਜਿਹੜੀ ਅੰਦਰ ਦੀ ਭੁੱਖ ਮਿਟਾਉਂਦਾ ਹੈ। ਮਿਲ ਇੱਕ ਰੂਪ ਹੇਤ ਪੈ ਪਾਨੀ, ਤਿਨ ਕੇ ਆਗੇ ਧਰੀਐ ਜੇ ਆਨੀ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਜਿਹੜਾ ਹੰਸ ਹੈ ਨਾ, ਇਹਨੂੰ ਰੱਬ ਨੇ ਇੱਕ ਬੜਾ ਵੱਡਾ ਗੁਣ ਦਿੱਤਾ ਹੈ। ਇਹਦੇ ਸਾਹਮਣੇ ਦੁੱਧ ਰੱਖ ਦਿਓ, ਦੁੱਧ ਵਿੱਚ ਪਾਣੀ ਮਿਲਾਇਆ ਹੋਵੇ, ਔਰ ਖਿਮਾ ਕਰਨਾ ਭਾਵੇਂ ਖੰਡੇ ਬਾਟੇ ਦੀ ਪੌੜ ਵੀ ਲਈ ਹੋਵੇ, ਸਵੇਰੇ ਸ਼ਾਮ ਗੁਰੂ ਘਰ ਵੀ ਜਾਂਦੇ ਹੋ, ਗੁਰੂ 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 ਕਹਿੰਦੇ ਆ, ਪਰ ਕਰਮਾਂ ਵੀ ਕਰੀ ਜਾਣੀਆਂ। ਔਰ ਫਿਰ ਇਵੇਂ ਦਾ ਕਰਮ ਕਰਨ ਲੱਗਿਆ, ਦੁੱਧ ਜੇ ਮੱਝ ਨੇ ਦਿੱਤਾ 7 ਕਿਲੋ, ਉਹਨੂੰ ਬਣਾ ਦੇਣਾ 8-9 ਕਿਲੋ, ਤੇ ਫਿਰ ਕਈ ਵੀ ਜਾਣਾ ਮੈਂ ਗੁਰੂ ਕਾ ਸਿੱਖ ਹਾਂ। ਨਹੀਂ ਭਾਈ, ਗੁਰੂ ਸਾਹਿਬ ਜੀ ਕਹਿੰਦੇ ਨੇ, ਹੰਸ ਤੇ ਗੁਰੂ ਕਾ ਸਿੱਖ ਜਿਹੜਾ ਉਹ ਪਰਮਹੰਸ ਹੋਣਾ ਚਾਹੀਦਾ ਹੈ। ਇਹ ਤੇ ਹੰਸ ਦਾ ਗੁਣ ਹੈ ਕਿ ਉਹਦੇ ਸਾਹਮਣੇ ਦੁੱਧ ਰੱਖੋ, ਦੁੱਧ ਵਿੱਚ ਜੇ ਇੱਕ ਛਿੱਟ ਵੀ ਪਾਣੀ ਹੋਏਗੀ ਨਾ, ਰੱਬ ਨੇ ਉਹਨੂੰ ਗੁਣ ਐਸਾ ਦਿੱਤਾ, ਚੁੰਝ ਮਾਰੇਗਾ, ਉਹ ਇੱਕ ਛਿੱਟ ਦੇ ਵੀ ਪਾਣੀ ਵਿੱਚ ਛੱਡ ਜਾਏਗਾ। ਉਹ ਦੁੱਧ ਅਸਲ ਵਿੱਚ ਫੁੱਟ ਜਾਂਦਾ, ਉਹਦੇ ਵਿੱਚੋਂ ਕੇਵਲ ਜਿਹੜਾ ਪਨੀਰ ਹੈ ਉਹ ਖਾ ਜਾਂਦਾ, ਬਾਕੀ ਪਾਣੀ ਛੱਡ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕਾ ਜਿਹੜਾ ਸਿੱਖ ਹੈ, ਉਹਦੇ ਕੋਲ ਸੱਚ ਕੀ ਹੈ ਤੇ ਝੂਠ ਕੀ ਹੈ, ਇਹ ਪਰਖਣ ਵਾਲਾ ਗੁਣ ਹੋਣਾ ਚਾਹੀਦਾ ਹੈ ਹੰਸ ਦੀ ਤਰ੍ਹਾਂ। ਪਰ ਗੁਰੂ ਕੇ ਸਿੱਖ ਨੇ ਤੇ ਪਰਮਹੰਸ ਬਣਨਾ ਹੈ। ਇਸ ਤੋਂ ਉੱਤੇ ਤਜੇ ਅਖਿਲ ਜਨ ਪੈ ਕੋ ਖਾਹੇ, ਉਡੇ ਵਿਦੇਸ਼ਣ ਦੇਸਣ ਜਾਹੇ। ਇੱਕ ਪਹਿਲਾ ਗੁਣ ਤੇ ਇਹ ਹੈ ਕਿ ਉਹ ਪਾਣੀ ਦੇ ਵਿੱਚੋਂ, ਦੁੱਧ ਦੇ ਵਿੱਚੋਂ ਪਾਣੀ ਅੱਡ ਕਰ ਸਕਦਾ ਹੈ। ਜਿਹਨੂੰ ਕਹਿੰਦੇ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਕਰ ਦਿੰਦਾ ਹੈ, ਇਹ ਨਿਤਾਰਾ ਉਹ ਕਰਦਾ ਹੈ। ਤੇ ਦੂਸਰਾ ਉਸ ਹੰਸ ਦੇ ਵਿੱਚ ਗੁਣ ਹੈ
ਕਿ ਉਹ ਉਡਾਰੇ ਬੜੇ ਉੱਚੇ ਮਾਰਦਾ ਹੈ, ਬੜੇ ਦੂਰ ਤੇ ਸਭ ਤੋਂ ਲੰਬੇ ਉਡਾਰੀ ਹੰਸ ਦੀ ਹੈ। ਦੇਸ਼ਾਂ ਵਿਦੇਸ਼ਾਂ ਤੱਕ ਇੱਕ ਉਡਾਰੀ ਲਾ ਕੇ ਉਹ ਪਹੁੰਚ ਜਾਂਦਾ ਹੈ। ਪਰਮਹੰਸ ਤਿਨ ਤੇ ਅਧਿਕਾਏ, ਮੁਕਤਾ ਮੁਕਤੇ ਚਹਿਤ ਸਿਧਾਏ। ਪਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਪਾਰੋ ਜੁਲਕਾ ਜੀ, ਜਿਹੜਾ ਪਰਮਹੰਸ ਹੈ ਨਾ, ਉਹ ਇਹਦੇ ਤੋਂ ਵੀ ਵੱਧ ਸਿਆਣੇ ਹੁੰਦੇ ਨੇ। ਹੁਣ ਇਹ ਸਿਆਣਪ ਹੀ ਨਾ ਦੁੱਧ ਨੂੰ ਅੱਡ ਕਰ ਦੇਣਾ, ਪਾਣੀ ਨੂੰ ਅੱਡ ਕਰ ਦੇਣਾ, ਸੱਚ ਝੂਠ ਦੀ ਪਰਖ ਕਰ ਲੈਣੀ ਤੇ ਉਡਾਰੇ ਉੱਚੀ ਮਾਰਨੀ। ਜਿਹੜਾ ਪਰਮਹੰਸ ਹੈ ਉਹਦੇ ਉਡਾਰੇ ਕੇਵਲ ਪਦਾਰਥਾਂ ਤੱਕ ਨਹੀਂ ਕਿ ਵੱਡੀ ਕੋਠੀ ਮਿਲ ਜੇ, ਵੱਡੀ ਕਾਰ ਮਿਲ ਜੇ। ਉਹਦੇ ਉਡਾਰੇ ਉੱਤੀ ਹੈ ਕਿ ਰੱਬ ਮਿਲ ਜੇ, ਗੁਰੂ ਮਿਲ ਜੇ। ਹੁਣ ਇੱਥੇ ਪਰਮਹੰਸ ਦੇ ਗੁਰੂ ਸਾਹਿਬ ਜੀ ਅੱਗੇ ਗੁਣ ਦੱਸਦੇ ਨੇ ਕਿ ਹੰਸ ਦਾ ਗੁਣ ਹੈ ਉਹ ਮੋਤੀ ਚੁਗਦਾ ਹੈ, ਤੇ ਪਰਮਹੰਸ ਦਾ ਵੀ ਇਹ ਗੁਣ ਹੈ, ਉਹ ਮੁਕਤੀ ਚੁਣਦਾ ਹੈ। ਉਹਨੂੰ ਸਮਝ ਲੱਗਦੇ ਕਿ ਜਿਉਂਦਿਆਂ ਜੀ ਮੁਕਤ ਹੋਣਾ ਕਿੰਦੇ ਤੋਂ ਹੈ। ਇਹ ਵਿਸ਼ੇ ਵਿਕਾਰ ਉਹਦੇ ਨੇੜੇ ਨਹੀਂ ਲੱਗਦੇ। ਔਰ ਹੰਸ ਦੇ ਵਿੱਚ ਇੱਕ ਹੋਰ ਬੜਾ ਵੱਡਾ ਗੁਣ ਹੈ, ਉਹਨੂੰ ਗੁਣ ਕਹਿ ਲਈਏ ਜਾਂ ਅਵਗੁਣ ਕਹਿ ਲਈਏ, ਤੇ ਜਾਂ ਉਸ ਹੰਸ ਦਾ ਉਹ ਪਿਆਰ ਕਹਿ ਲਈਏ ਕਿ ਹੰਸ ਬੋਲਦਾ ਨਹੀਂ। ਉਹਨੂੰ ਕਿਸੇ ਨੇ ਬਹੁਤ ਘੱਟ ਕਿਤੇ ਬੋਲਦਾ ਹੋਵੇ, ਕਿਸੇ ਨੂੰ ਸੁਣਿਆ ਹੋਵੇ, ਬੋਲਦਾ ਨਹੀਂ। ਪਰ ਜਦੋਂ ਉਹਦਾ ਅੰਤਲਾ ਸਮਾਂ ਆਉਂਦਾ, ਜਦੋਂ ਉਹਦੀ ਮੌਤ ਆਉਂਦੀ ਹੈ, ਉਸ ਦਿਨ ਪਤਾ ਨਹੀਂ ਰੱਬ ਨੇ ਕਿਹੜਾ ਗੁਣ ਪਾਇਆ। ਉਹ ਕਹਿੰਦੇ ਨੇ ਬੜੇ ਮਿੱਠੇ ਸੁਰ ਦੇ ਵਿੱਚ ਫਿਰ ਬੋਲਦਾ ਹੈ, ਜਿਵੇਂ ਕੁਛ ਗਾਉਂਦਾ ਹੋਵੇ। ਤੇ ਉਸ ਗਾਉਣ ਦੇ ਵਿੱਚ, ਉਸ ਸੁਰ ਦੇ ਵਿੱਚ ਇੰਨਾ ਕੁ ਉਹ ਮਸਤ ਹੋ ਜਾਂਦਾ ਹੈ ਕਿ ਪਾਣੀ ਦੇ ਵਿੱਚ ਜਾਂਦਾ ਭੁੱਲ ਹੀ ਜਾਂਦਾ ਹੈ ਕਿ ਮੈਂ ਪਾਣੀ ਦੇ ਵਿੱਚ ਡੁੱਬ ਗਿਆ, ਪਾਣੀ ਦੇ ਵਿੱਚ ਚਲਾ ਗਿਆ। ਉਸ ਸੁਰ ਦੇ ਵਿੱਚ ਮਸਤ ਹੋ ਕੇ ਪਾਣੀ ਦੇ ਵਿੱਚ ਡੁੱਬ ਕੇ ਹੰਸ ਦੀ ਮੌਤ ਹੋ ਜਾਂਦੀ ਹੈ। ਉਹ ਪ੍ਰੇਮ ਹੀ ਇੰਨਾ ਹੈ। ਹੁਣ ਇੱਥੇ ਗੁਰੂ ਕਾ ਸਿੱਖ ਜਿਹੜਾ ਪਰਮੇਸ਼ਰ ਦਾ ਭਗਤ ਹੈ, ਉਹ ਪਰਮਹੰਸ ਹੈ। ਹੰਸ ਮੋਤੀ ਚੁਗਦਾ ਹੈ ਤੇ ਪਰਮਹੰਸ ਜਿਹੜਾ ਉਹ ਮੁਕਤੀ ਚੁਗਦਾ ਹੈ। ਉਹਨੂੰ ਸਮਝ ਲੱਗਦੀ ਕਿ ਮੁਕਤੀ ਚਾਹੀਦੀ ਕਿੰਦੇ ਤੋਂ ਹੈ। ਮਾਨਸ ਗੁਰੂ ਸ਼ਬਦ ਕੇ ਮਾਹੀ, ਲੇਤ ਆਹਾਰ ਅਪਾਰ ਰਹਾਹੀ। ਹੰਸ ਦੀ ਖੁਰਾਕ ਮੋਤੀ ਹੈ ਤੇ ਗੁਰੂ ਕੇ ਸਿੱਖ ਦੀ ਖੁਰਾਕ ਕੀ ਹੈ? ਮਾਨਸ ਗੁਰੂ ਸ਼ਬਦ ਕੇ ਮਾਹੀ। गुरु के सिख लिए गुरु का शब्द मानसरोवर है, तो गुरु के सिख लिए गुरु के शब्द ही मोती ने, गुरु का उपदेश ही मोती है। वो अपना खुराक अपना भोजन गुरु के शब्द में बनाते हैं, नाम में बनाते हैं। देह आत्मा मिल एक पहे, बिन विचार के नह लख लए। हुण परमहंस की निशानी की है? हंस दे विच गुण यह है कि दुध पानी नूं अड्ड करके वो पछाण लैंदा है। तो परमहंस रब ने परमेश्वर ने शरीर बनाया, तो आत्मा इस शरीर दे विच ही है ना जी। पर सानू नहीं समझ लगती कि आत्मा किहड़ी ते शरीर किहड़ा है। परमहंस बिल्कुल उस हंस की तरह जिवें वो दुध अड्ड कर लैंदा, पानी अड्ड करता है, परमहंस आत्मा नूं शरीर दे नालों बिल्कुल अड्ड करके पहचान लैंदा है। तिन को प्रथमै होत विचार, दिन प्रत देह ना रहे इकसार। कहंदे बस ये परमहंस नूं इस गल दी समझ लगदी नहीं, तो आम नूं तो लगदा कि शरीर ही सब कुछ है, और असीं अपने आप नूं शरीर ही समझिआ। ये गुरु साहब ने अगे जाके समझाउणा भी है। परमहंस इस गल नूं समझदा कि मैं शरीर नहीं, मैं तो शरीर दे विच रहण वाला हाँ। शरीर तो इस तरह जिवें साडे घर बने ने, मकान बने ने, मकान दे विच रहीदा ने जी, और जिहड़े किराए ते रहिंदे ने उन्हां नूं ज़्यादा समझ लगदी है। मकान खाली करके चले जाना, होर थां ते चले जाना। आत्मा का काम यही है, वो इस घर दे शरीर घर विच रहिंदी है। एक घर नूं खाली कीता, दूसरे घर 'च चली गई, क्योंकि उन्होंने पछाण हुंदी दिन प्रत देह ना रहे एक सार। पूरे सारे के सामने जिहड़ा शरीर है वो दिन प्रति दिन इक्को जिहा नहीं रहिंदा जी। बचपन में शरीर होर है, जवानी में होर है,
ਤਗੜਾ ਹੈ, ਬਜ਼ੁਰਗ ਹੋ ਗਿਆ, ਫਿਰ ਕਮਜ਼ੋਰ ਹੁੰਦਾ ਹੈ। ਸਰੀਰ ਦਿਨ ਦਿਨ ਕਰਕੇ ਬਦਲਦਾ ਜਾਂਦਾ ਹੈ, ਪਰ ਆਤਮਾ ਉਸੇ ਤਰ੍ਹਾਂ ਦੀ ਹੈ। ਆਤਮਾ ਬੱਚੇ ਵਿੱਚ ਵੀ ਉਹੀ ਹੈ, ਆਤਮਾ ਬਜ਼ੁਰਗ ਵਿੱਚ ਵੀ ਉਹ ਹੈ। ਪ੍ਰਥਮ ਨਾ ਹੁਤੇ ਭਵਿਖਿਤ ਨਾ ਰਹਿ, ਮਦ ਗੁਤੋ ਸਾਚੇ ਤਿਸ ਕਹਿ। ਸਤਿਗੁਰੂ ਜੀ ਕਹਿੰਦੇ ਨੇ ਇਹ ਦੇਹੀ, ਇਹ ਸਰੀਰ ਪਹਿਲਾਂ ਵੀ ਨਹੀਂ ਸੀ, ਅਗਾਂਹ ਵੀ ਨਹੀਂ ਰਹਿਣਾ, ਪਰ ਆਤਮਾ ਸਰੀਰ ਤੋਂ ਪਹਿਲੋਂ ਵੀ ਸੀ, ਹੁਣ ਵੀ ਹੈ, ਸਰੀਰ ਤੋਂ ਬਾਅਦ ਵੀ ਰਹਿਣੀ ਹੈ। ਪੁੰਨ ਜੜ ਹੈ ਕੁਛ ਨਾਹੇ ਨਿਸ਼ਾਨੀ, ਨਿਤ ਦੁਖ ਰੂਪ ਲੇਹ ਮਨ ਜਾਨੀ। ਫਿਰ ਜਿਹੜੇ ਪਰਮਹੰਸ ਨੇ ਇਸ ਗੱਲ ਨੂੰ ਉਹ ਸਮਝਦੇ ਨੇ, ਸਿਰਫ ਉਹੀ ਸਮਝਦੇ ਨੇ ਕਿ ਅਚੇਤਨ ਕੀ ਹੈ ਤੇ ਛੁਪਿਆ ਹੋਇਆ ਕੀ ਹੈ। ਉਹ ਇਸ ਗੱਲ ਨੂੰ ਸਮਝਦੇ ਨੇ ਕਿ ਆਤਮਾ ਕੀ ਹੈ ਤੇ ਸਰੀਰ ਕੀ ਹੈ, ਤੇ ਬਸ ਉਹ ਇਸ ਗੱਲ ਨੂੰ ਸਮਝ ਕੇ ਦੁੱਖ ਤੇ ਸੁੱਖ ਇਹਨਾਂ ਦੋਵਾਂ ਤੋਂ ਉੱਤੇ ਉੱਠ ਜਾਂਦੇ ਨੇ। ਸਤ ਆਤਮਾ ਨਿਰਣੈ ਕਰੈ, ਪੂਰਬ ਹੁਤੋ ਦੇਹ ਬਹੁ ਧਰੈ। ਉਹ ਇਸ ਗੱਲ ਦਾ ਨਿਰਣੈ ਕਰ ਲੈਂਦੇ ਨੇ ਕਿ ਆਤਮਾ ਸਤ ਹੈ। ਜੇ ਪਰਮਾਤਮਾ ਸਤ ਹੈ, ਆਤਮਾ ਪਰਮਾਤਮਾ ਦਾ ਰੂਪ ਹੈ, ਆਤਮਾ ਸਤ ਹੈ, ਪੂਰਬ ਹੁਤੋ ਇਹ ਸਰੀਰ ਤੋਂ ਪਹਿਲੋਂ ਵੀ ਸੀ, ਦੇਹ ਬਹੁਤ ਧਰੇ ਹੈ, ਤੇ ਜਦੋਂ ਬਾਅਦ ਵਿੱਚ ਦੇਹ ਮਿਲਦੀ ਆਤਮਾ ਉਦੋਂ ਵੀ ਹੈ। ਅਬ ਪ੍ਰਤੱਖ ਅਰ ਰਹਿ ਭਵਿਖਿਆ, ਯਾ ਤੇ ਸਤ ਲਖੇ ਗੁਰ ਸਿੱਖ। ਕਹਿੰਦੇ ਪਰ ਜਿਹੜੀ ਆਤਮਾ ਹੈ ਉਹ ਪ੍ਰਤੱਖ ਰੂਪ ਵਿੱਚ ਹੁਣ ਵੀ ਹੈ, ਸਰੀਰ ਨਹੀਂ ਰਹਿਣਾ, ਆਤਮਾ ਫਿਰ ਵੀ ਰਹਿਣੀ ਹੈ। ਬਸ ਜਿਹੜੇ ਗੁਰਸਿੱਖ ਨੇ ਇਸ ਗੱਲ ਨੂੰ ਸੱਤ ਕਰਕੇ ਜਾਣਦੇ ਨੇ ਔਰ ਇਹਨੂੰ ਪਛਾਣਦੇ ਨੇ। ਬਹੁ ਆਤਮਾ ਚੇਤਨ ਜਾਣੇ, ਇਹ ਸੰਬੰਧ ਤਨ ਚੇਤਨ ਠਾਨੇ। ਫਿਰ ਬਾਅਦ ਵਿੱਚ ਉਹ ਆਤਮਾ ਨੂੰ ਚੇਤਨ ਜਾਣਦਾ ਹੈ ਕਿ ਆਤਮਾ ਚੇਤਨ ਹੈ ਔਰ ਆਤਮਾ ਸਤ ਹੈ। ਸਰੀਰ ਦੇ ਨਾਲ ਤਾਂ ਸੰਬੰਧ ਬਣਿਆ ਹੈ, ਸਰੀਰ ਦੇ ਵਿੱਚ ਤਾਂ ਕੇਵਲ ਰਹਿਣਾ ਹੈ। ਪੁਨ ਆਤਮਾ ਕੋ ਰੂਪ ਆਨੰਦ, ਪਰਖਤ ਭਲੇ ਸਦਾ ਬਿਨ ਦੰਦ। ਫਿਰ ਸਤਿਗੁਰੂ ਜੀ ਕਹਿੰਦੇ ਨੇ ਉਹ ਜਿਹੜੇ ਪਰਮਹੰਸ ਨੇ ਇਸ ਗੱਲ ਦਾ ਨਿਰਣੈ ਕਰਦੇ ਨੇ, ਪਛਾਣਦੇ ਨੇ। ਪੁਨ ਆਤਮੇ ਕੋ ਰੂਪ ਆਨੰਦ, ਆਤਮਾ ਜਿਹੜਾ ਹੈ ਉਹ ਆਨੰਦ ਦਾ ਦੂਜਾ ਨਾਮ ਹੈ। ਆਪਾਂ ਬਾਹਰਲੇ ਪਦਾਰਥ ਛੱਕ ਕੇ ਕਹਿ ਦਿੰਦੇ ਆਨੰਦ ਆ ਗਿਆ, ਪਰ ਆਨੰਦ ਹੀ ਅਸਲ ਵਿੱਚ ਆਤਮਾ ਹੈ, ਉਹ ਰਹਿੰਦੀ ਹੀ ਆਨੰਦ ਵਿੱਚ ਹੈ। ਉਹ ਵਿਸ਼ੇ ਵਿਕਾਰਾਂ ਦੇ ਵਿੱਚ ਬਿਲਕੁਲ ਫਸਦੀ ਨਹੀਂ। ਵਿਸ਼ਨ ਵਿਖੈ ਆਨੰਦ ਕਲਪੰਤਾ, ਇਹੋ ਮਮ ਰੂਪ ਨਾ ਅਲਗੈ ਲਖੰਤਾ। ਹੁਣ ਸਤਿਗੁਰੂ ਜੀ ਸਮਝਾਉਂਦੇ ਨੇ ਜਿਹੜਾ ਅਗਿਆਨੀ ਬੰਦਾ ਹੈ ਉਹ ਇਹ ਸਰੀਰ ਨੂੰ ਸਮਝਦਾ ਕਿ ਮੈਂ ਸਰੀਰ ਹਾਂ, ਕਿਉਂਕਿ ਆਮ ਆਵਾਜ਼ ਮਾਰੀ ਜੇ ਭਾਈ ਤੂੰ ਕੌਣ ਹੈ, ਔਰ ਮੈਂ ਵੀ ਕਹਿ ਦੇਣਾ ਭਾਈ ਮੈਂ ਸੁਖਚੈਨ ਸਿੰਘ ਹਾਂ, ਕਿਉਂਕਿ ਸਰੀਰ ਇਹ ਤਾਂ ਸਰੀਰ ਦਾ ਨਾਂ ਹੈ ਨਾ, ਸਰੀਰ ਹੀ ਸਮਝਿਆ। ਪਰ ਇਹ ਮਮ ਰੂਪ ਨਾ, ਜਿਹੜੇ ਪਰਮਹੰਸ ਨੇ ਉਹ ਸਮਝਦੇ ਨੇ ਕਿ ਸਾਡਾ ਰੂਪ ਸਰੀਰ ਨਹੀਂ। ਇਹ ਤਾਂ ਸਰੀਰ ਦਾ ਇੱਕ ਨਾਂ ਰੱਖ ਲਿਆ, ਲੋਕਾਂ ਨੇ ਮਹੱਲਿਆਂ ਦੇ ਨਾਂ ਰੱਖ ਲਏ, ਘਰਾਂ ਦੇ ਨਾਂ ਰੱਖੇ, ਸਰੀਰ ਦਾ ਵੀ ਨਾਂ ਰੱਖ ਲਿਆ, ਪਰ ਮੇਰਾ ਰੂਪ ਸਰੀਰ ਨਹੀਂ, ਮੈਂ ਇਹਦੇ ਤੋਂ ਅਲੱਗ ਹਾਂ। ਪਰਮਹੰਸ ਸੋ ਕਹੀਐ ਰੂਪ, ਸਤ ਚੇਤਨ ਆਨੰਦ ਅਨੂਪ। ਬਸ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਹੀ ਪਰਮਹੰਸ ਦਾ ਰੂਪ ਕਿਹਾ ਜਾਂਦਾ, ਜਿਹਨੂੰ ਇਹ ਗੱਲ ਸਮਝ ਆ ਜਾਏ ਕਿ ਮੈਂ ਸਰੀਰ ਨਹੀਂ, ਮੈਂ ਤਾਂ ਸਰੀਰ ਦੇ ਵਿੱਚ ਰਹਿਣ ਵਾਲਾ ਪਰਮਾਤਮਾ ਦਾ ਅੰਸ਼ ਆਤਮਾ ਹਾਂ, ਮੈਂ ਤਾਂ ਆਨੰਦ ਸਰੂਪ ਹਾਂ, ਉਸੇ ਆਨੰਦ ਦੇ ਵਿੱਚ ਮਿਲਣਾ ਹੈ। ਤਨ ਤੇ ਨਿਆਰੋ ਜਾਣੇ ਐਸੇ, ਮੰਦਰ ਵਿਖੈ ਬਸੇ ਕੋ ਜੈਸੇ। ਕਹਿੰਦੇ ਉਹ ਸਰੀਰ ਤੋਂ ਆਪਣੇ ਆਪ ਨੂੰ ਬਿਲਕੁਲ ਵੱਖਰੇ ਜਾਣਦੇ ਨੇ, ਸਮਝਦੇ ਨੇ ਕਿ ਜਿਵੇਂ ਕੋਈ ਘਰ ਦੇ ਵਿੱਚ ਵੱਸਦਾ ਹੈ। ਹੁਣ ਘਰ ਛੋਟਾ ਹੋਵੇ ਵੱਡਾ ਹੋਵੇ, ਇਹ ਤਾਂ ਗੱਲ ਸਭ ਨੂੰ ਸਮਝੇ ਕਿ ਘਰ ਸਾਡੇ ਰਹਿਣ ਵਾਸਤੇ ਹੈ। ਉਦੋਂ ਤੱਕ ਬੰਦਾ ਘਰ ਨੂੰ ਸਵਾਰਦਾ ਵੀ ਹੈ ਜਦੋਂ ਤੱਕ ਸਰੀਰ ਨੇ ਵਿੱਚ ਰਹਿਣਾ ਹੈ। ਇਸ ਸਰੀਰ ਨੂੰ ਸਵਾਰਨਾ ਵੀ ਹੈ, ਸਾਂਭਣਾ ਵੀ ਹੈ।
ਇਹਦੇ ਵਿੱਚ ਗੰਦਮੰਦ ਨਹੀਂ ਪਾਉਣਾ। ਭਈ ਸੰਤੁਲਿਤ ਆਹਾਰ ਕਰਨਾ ਹੈ, ਇਹਨੂੰ ਤੰਦਰੁਸਤ ਰੱਖਣ ਵਾਸਤੇ ਉਹਨਾਂ ਛਕਣਾ ਜਿਹਦੇ ਨਾਲ ਤੰਦਰੁਸਤ ਰਹੇ, ਕਿਉਂਕਿ ਇਹਦੇ ਵਿੱਚ ਅਸੀਂ ਰਹਿਣਾ ਹੈ, ਇਹ ਸਾਡਾ ਘਰ ਹੈ। ਕਹਿੰਦੇ ਜਿਵੇਂ ਘਰ ਦੇ ਵਿੱਚ ਮਨੁੱਖ ਰਹਿੰਦਾ ਹੈ, ਇਵੇਂ ਆਤਮਾ ਇਸ ਸਰੀਰ ਵਿੱਚ ਰਹਿੰਦੀ ਹੈ। ਇਹ ਪਰਮਹੰਸ ਇਸ ਗੱਲ ਨੂੰ ਜਾਣਦਾ ਹੈ। ਤਿਸ ਕੋ ਆਪਣੋ ਰੂਪ ਪਛਾਨੇ, ਤਨ ਹੰਤਾ ਨਿਰਣੈ ਕਰ ਹਾਨੇ। ਪਰਮਹੰਸ ਇਸ ਗੱਲ ਨੂੰ ਪਛਾਣਦਾ ਕਿ ਆਤਮਾ ਮੇਰਾ ਰੂਪ ਹੈ, ਸਰੀਰ ਦੇ ਵਿੱਚ ਤੇ ਸਿਰਫ ਰਹਿਣਾ ਹੈ। ਇਸ ਕਰਕੇ ਉਹ ਸਰੀਰ ਦੇ ਹੰਕਾਰ ਨੂੰ ਛੱਡ ਦਿੰਦਾ ਹੈ। ਔਰ ਦੇਖੋ ਸਰੀਰ ਦਾ ਹੀ ਹੰਕਾਰ ਹੈ ਕਿ ਇਹ ਮੈਂ ਇੰਨੀ ਜ਼ਿਆਦਾ ਕਈ ਵਾਰੀ ਬੇਨਤੀ ਵੀ ਕੀਤੀ ਕਿ ਜੇ ਕੋਈ ਸੇਵਾਦਾਰ ਪ੍ਰਸ਼ਾਦ ਵੰਡ ਰਿਹਾ, ਮੈਨੂੰ ਅੰਦਰ ਜਾ ਕੇ ਨਾ ਲੈਣਾ ਪਵੇ, ਭਾਵੇਂ ਜੋੜੇ ਪਾਏ ਉਹਨੂੰ ਬਾਹਰ ਆ ਕੇ ਸਾਨੂੰ ਦੇ ਕੇ ਜਾਏ, ਕਿਉਂ ਜੀ ਮਾਲਕ ਬਣੇ ਹਾਂ। ਸਰੀਰ ਦਾ ਹੰਕਾਰ ਹੀ ਹੈ, ਇਹ ਮੇਰਾ ਘਰ, ਮੇਰੀ ਗੱਡੀ, ਮੈਂ ਮੇਰੀ। ਪਰ ਪਰਮਹੰਸ ਇਸ ਗੱਲ ਦਾ ਨਿਰਣਾ ਕਰਕੇ ਸਰੀਰ ਦਾ ਹੰਕਾਰ ਹੀ ਛੱਡ ਦਿੰਦੇ ਨੇ ਵੀ ਸਰੀਰ ਤੇ ਮੇਰੇ ਰਹਿਣ ਵਾਸਤੇ ਹੈ। ਤੇ ਜੇ ਸਰੀਰ ਦੇ ਹੰਕਤਾ ਛੱਡ ਦਿਓ, ਹੋਰ ਹੰਕਾਰ ਨੇੜੇ ਕੋ ਰਹਿੰਦਾ ਹੀ ਨਹੀਂ। ਸਮ ਮੰਦਰ ਕੇ ਜਾਣੇ ਨਿਆਰੋ, ਜੀਰਣ ਹੋਏ ਤਿਆਗ ਪਧਾਰੋ। ਉਹ ਪਰਮਹੰਸ ਹੈ ਜਿਹੜਾ ਘਰ ਦੀ ਤਰ੍ਹਾਂ, ਸਮ ਮੰਦਰ ਕਹਿੰਦੇ ਨੇ ਘਰ ਨੂੰ, ਘਰ ਦੀ ਤਰ੍ਹਾਂ ਆਪਣੇ ਆਪ ਨੂੰ ਵੱਖਰਾ ਪਛਾਣੇ ਕਿ ਮੈਂ ਘਰ ਨਹੀਂ, ਮੈਂ ਤਾਂ ਘਰ ਦੇ ਵਿੱਚ ਰਹਿਣਾ ਹੈ। ਇੱਕ ਦਿਨ ਘਰ ਛੱਡ ਕੇ ਕਿਤੇ ਹੋਰ ਚਲੇ ਜਾਣਾ ਹੈ। ਤਨ ਆਤਮਾ ਸੰਸਰ ਪੈ ਪਾਨੀ, ਕਰੇ ਸੋ ਨਰ ਹੋਏ ਹੰਸ ਸਮਾਨੀ। ਬਸ ਸਤਿਗੁਰੂ ਜੀ ਕਹਿੰਦੇ ਨੇ ਇਹ ਆਤਮਾ ਤੇ ਸਰੀਰ ਹੈ ਤੇ ਇਕੱਠੇ, ਕਿਉਂਕਿ ਸਰੀਰ ਹੈ ਤੇ ਵਿੱਚ ਆਤਮਾ ਹੈ। ਸਰੀਰ ਤੋਂ ਬਿਨਾਂ ਆਤਮਾ ਵਿੱਚ ਰਹਿ ਨਹੀਂ ਸਕਦੀ। ਆਤਮਾ ਤੇ ਸਰੀਰ ਤੋਂ ਪਹਿਲੋਂ ਵੀ ਸੀ, ਬਾਅਦ ਵਿੱਚ ਵੀ ਰਹਿਣੀ ਹੈ, ਪਰ ਹੁਣ ਸਰੀਰ ਹੈ ਤੇ ਸਰੀਰ ਦੇ ਵਿੱਚ ਹੀ ਹੈ। ਇਸੇ ਤਰ੍ਹਾਂ ਹੈ ਜਿਵੇਂ ਦੁੱਧ ਦੇ ਵਿੱਚ ਪਾਣੀ ਮਿਲਿਆ ਹੋਇਆ ਹੈ, ਪਰ ਜਿਹੜਾ ਪਰਮਹੰਸ ਹੈ ਜਿਵੇਂ ਦੁੱਧ 'ਚੋਂ ਪਾਣੀ ਅੱਡ ਕਰ ਲੈਂਦਾ ਹੈ, ਇਸੇ ਤਰ੍ਹਾਂ ਉਹ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਵੀ ਸਰੀਰ ਨੂੰ ਤੇ ਆਪਣੇ ਆਪ ਨੂੰ ਅੱਡ ਜਾਣਦਾ ਹੈ, ਸਮਝਦਾ ਹੈ। ਉਹ ਪਰਮਹੰਸ ਹੈ। ਤਿਨ ਕੋ ਪਰਮਹੰਸ ਹੈ ਨਾਮੂ, ਪਾਵੇਂ ਬ੍ਰਹਮ ਗਿਆਨ ਅਬਿਰਾਮੂ। ਸਤਿਗੁਰੂ ਕਹਿੰਦੇ ਨੇ ਭਾਈ ਪਾਰੋ ਜੁਲਕਾ ਜੀ ਅਸਲ ਵਿੱਚ ਉਹ ਹੈ ਪਰਮਹੰਸ, ਜਿਹਦੇ ਕੋਲ ਇੰਨਾ ਬਰੀਕੀ, ਇੰਨਾ ਵਿਵੇਕ ਹੋਵੇ, ਇੰਨੀ ਬੁੱਧ ਹੋਵੇ ਕਿ ਆਤਮਾ ਤੇ ਸਰੀਰ ਨੂੰ ਅੱਡ ਅੱਡ ਕਰਕੇ ਉਹ ਪਛਾਣਦਾ ਹੋਵੇ। ਤਨ ਤੇ ਨਿਆਰੋ ਜਬ ਮਤ ਧਰੈ, ਰਸ ਵਿਸਿਅਣ ਹਿਤ ਪਾਪ ਨ ਕਰੈ। ਤੇ ਜਦੋਂ ਪਰਮਹੰਸ ਦੀ ਤਰ੍ਹਾਂ ਤਨ ਦੇ ਨਾਲੋਂ ਆਪਣੇ ਆਪ ਨੂੰ ਨਿਆਰਾ ਸਮਝੇ, ਕਿਉਂਕਿ ਜਿਹੜੇ ਰਸ ਕਸ ਨੇ ਸਰੀਰ ਦੇ ਨੇ ਨਾ ਜੀ, ਕੋਈ ਰਸ ਜ਼ੁਬਾਨ ਦਾ ਹੈ, ਕੋਈ ਕੰਨਾਂ ਦਾ ਹੈ, ਇਹ ਰਸ ਵੱਖੋ ਵੱਖਰੇ ਨੇ, ਇਹ ਰਸ ਵਿਸ਼ੇ ਵਿਕਾਰ ਬਣਦੇ ਨੇ। ਫਿਰ ਉਹ ਇਹਨਾਂ ਰਸਾਂ ਕਸਾਂ ਦੇ ਵਿੱਚ ਨਹੀਂ ਪੈਂਦਾ। ਹਾਂ, ਸਰੀਰ ਨੂੰ ਚਲਾਉਣ ਵਾਸਤੇ ਕੁਝ ਚਾਹੀਦਾ ਹੈ ਤੇ ਬਸ ਉਹਨਾਂ ਕੁ ਛਕਦੇ ਨੇ ਜਿਹਦੇ ਨਾਲ ਸਰੀਰ ਠੀਕ ਰਹੇ। ਉਹ ਰਸਾਂ ਕਸਾਂ ਵਿੱਚ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਫਿਰ ਪੈਂਦੇ ਹੀ ਨਹੀਂ। ਜਲ ਤੇ ਕਮਲ ਰਹਿ ਨਿਰਲੇਪੂ, ਲਿਪੇ ਨਾ ਕਿਮ ਹੋਏ ਬ੍ਰਿੰਦ ਵਿਸ਼ੇਕੂ। ਹੁਣ ਵਿਸ਼ੇ ਵਿਕਾਰ ਕਿਹੜੇ ਨੇ ਜੀ? ਬੰਦਾ ਘਰ ਗ੍ਰਸਤੀ ਵਿੱਚ ਰਹਿੰਦਾ ਹੈ, ਇੱਕ ਪਾਸੇ ਤੇ ਧੰਨ ਗੁਰੂ ਅਮਰਦਾਸ ਜੀ ਨੇ ਪਾਵਨ ਬਚਨ ਕੀਤੇ, ਸਾਰਾ ਸੰਸਾਰ ਹੀ ਵਿਸ਼ ਰੂਪ ਲੱਗਦਾ ਹੈ। ਪਰ ਜਦੋਂ ਸਮਝ ਆ ਜਾਏ ਕਿ ਮੈਂ ਤਨ ਨਹੀਂ, ਮੈਂ ਤਨ ਦੇ ਵਿੱਚ ਰਹਿਣ ਵਾਲਾ, ਫਿਰ ਇਹ ਸੰਸਾਰ ਹੈ ਕਿ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਬਸ ਪਰਮਹੰਸ ਇਸ ਗੱਲ ਨੂੰ ਪਛਾਣ ਲੈਂਦਾ, ਰਹਿੰਦਾ ਇਸ ਮੋਹ ਮਾਇਆ ਦੇ ਵਿੱਚ ਹੀ ਹੈ, ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਰਹਿੰਦਾ, ਕਿਤੇ ਅੱਡ ਥੋੜ੍ਹੀ ਹੈ। ਪਰ ਫਿਰ ਵੀ ਇਹਨਾਂ ਦੇ ਵਿੱਚੋਂ ਰਹਿ ਕੇ ਵੀ ਨਿਰਲੇਪ ਹੈ। ਉਦਾਹਰਣ ਦਿੱਤੀ, ਜਿਵੇਂ ਕਮਲ ਦਾ ਫੁੱਲ ਹੈ ਤਾਂ ਚਿੱਕੜ ਵਿੱਚ ਪਾਣੀ ਜਿੰਨਾ ਮਰਜ਼ੀ ਗੰਦਾ ਹੋਵੇ, ਤੇ ਜੇ ਕੋਈ ਫੁੱਲ ਦੇ ਉਸ ਕਮਲ ਦੇ ਫੁੱਲ ਨੂੰ ਕਹੇ ਕਿ ਚਿੱਕੜ ਵਿੱਚ ਐਡਾ ਸੋਹਣਾ ਫੁੱਲ, ਛੱਡਣ ਤੇ ਤਾਂ ਕੋਈ ਲੈਣਾ ਹੈ। ਤੇ ਜੇ ਫੁੱਲ ਬੋਲਦਾ ਹੋਵੇ, ਉਹ ਬੋਲ ਕੇ ਸਮਝਾਵੇ ਨਾ। ਇਹ ਪਾਣੀ ਭਾਵੇਂ ਗੰਦਾ ਹੈ, ਭਾਵੇਂ ਠੋਕਰਾਂ ਮਾਰਦਾ, ਭਾਵੇਂ ਦੇ ਵਿੱਚ ਚਿੱਕੜ ਹੈ,
पर हकीकत है कि यह जिहड़ा खेड़ा है, ये जिहड़ी सवप्पड़ है, इहदे करके है वो चिक्कड़ दे विच, पर फुੱਲ नूं चिक्कड़ लगदा तो नहीं ना जी, क्योंकि उस फुੱਲ का ध्यान सिर्फ सूरज वल्ले है। इस तरह परमहंस है रहिंदा इस संसार दे विच है। गुरु साहिब जी अगे समझा रहे हैं कि सूरज के दिस है तिन ध्यान, छुवे न जल रंचक परयान। कमल दे फुੱਲ का ध्यान सिर्फ सूरज वल्ले है। सूरज निकलेगा उन्हें खिड़ना है, सूरज डुबेगा उन्हें मुरझा जाना है। बस इस तरह परमहंस है, उनका ध्यान सिर्फ परमेश्वर दे विच है, उनका ध्यान सिर्फ उस आत्मा दे विच है जिहड़ा परमात्मा दे रूप है। परमहंस तिम जग में रहे, आत्म ध्यान सदा उर लहै। क्योंकि जिहड़े परमहंस ने ना वो इस तरह के ने, आम लोगों तरह काम करते हैं, लोगों तरह विचरते हैं, पर सानू कई बार लगता है कि लो जी ये ब्रह्म ज्ञानी थोड़ा है तो उल्टा ना। जिन्हें सोहने कपड़े पाले, 4 चेले रख ले, और वो चोला भावें किसी भी रंग का हो, वो हरा हो, नीला हो, चिट्टा हो, वो जटा वधाइयां हो, केस की बनी हो, असी कह देता है ब्रह्म ज्ञानी है। पर ब्रह्म ज्ञानी कोई पहरावा नहीं, ब्रह्म ज्ञानी का तो यह गुण है, बस वो पछाणदा है कि मैं अड्ड हाँ, शरीर अड्ड है। तन ते सुख दुख जब पर जाहे, तिन ते हरख ना सोग कदाहे। ये जिन्हों ब्रह्म का ज्ञान हो जाए, परमहंस वो है कि तन के सुख दुख जब पर जाहे। क्योंकि तन है, तन ते सुख भी होना, दुख भी होना है। वो सुख वेले फिर अपने आप दे विच बहुता हरख विच नहीं हुंदा, ते दुख आ जाए तो दुख विच दुखी नहीं हुंदा। इसे नूं तो धन गुरु तेग बहादुर साहब जी कहते हैं ना भी परमहंस ही है ना जी कि जो नर दुख मैं दुख नहीं मानना। दुख जे शरीर है तो दुख ते आएगी। घर बनाया है, ये घर एक दिन तो ढहना ही है। किन्ने दिन कटेगा? 50 साल ने 100 साल कट जाएगा, इन्हें ढह जाना है। और जिंदी मुरम्मत ना कराइए तो बड़ा कुछ पहलों कराना पैंदा है। ये शरीर भी तो घर है ना जी, इनके तो दुख आएगा तो दुख सदा नहीं रहना, उनकी मुरम्मत करानी पैनी, डॉक्टर तो दवाई लेनी पेगी। सुख आया तो सदा सुख नहीं रहना, क्योंकि परिवार दे विच किसी न किसी तरह का दुख भी आएगा, सुख भी आएगा। पर वो दुख दे विच दुखी नहीं होंदे ते सुख दे विच सुखी होकर रब नूं भुलदे नहीं। और बहुतात गिनती उन्होंने है कि जिहड़े सुख विच इन्ने को अपने आप को सुखी कर लेंदे ने कि रब नूं भुल जाते हैं। हालांकि जिहड़े दुखी होंदे ने, दुखी हो के हाय हाय करते, दुख तो दुखी हो के कई बार रब वाले पासे जुड़ भी जाते हैं। पर जिहड़ा सुख दे विच सुखी हो जाए, उन्होंने कोले ते चांस भी घट है कि रब वाले पासे किते लग जाए। तन के सुख दुख जब पर जाए, तिन ते हरख न सोग कदाए। तन ते दुख आ जाए, सुख आ जाए, वो इनकी परवाह नहीं करते। वो परमहंस ने। बरतै ज्ञानी सम अज्ञानी, जाने जग को सुपन समानी। बरतै ज्ञानी, उनके जीवन का जिहड़ा वरतारा है वो बिल्कुल ज्ञानियों वाला है। पर सम अज्ञानी संसार विच उस तरह रहिंदा जिवें दूजे दुनिया के लोग रहिंदे ने। और दुनिया के लोग फिर सगों नूं अज्ञानी भी कहते हैं, इन्हूं तो समझ कोई नहीं, इनू पाउण का नहीं पता जी, इनू खाण का नहीं पता जी। जाने जग को सुपन समानी, जिहड़ा परमहंस है वो संसार नूं सुपने की तरह जानता है, और है ही सुपना। बंधन होत नहीं पुनता हूँ, रहे समाए ब्रह्म के माहू। तो उस परमहंस नूं फिर किसी तरह का बंधन पैंदा ही नहीं। वो फिर मुक्ति कोई मरण तो बाद वाली मुक्ति थोड़ी भालता है कि कोई पंडित जी आके मुक्ति कराएगा, कोई भाई जी मुक्ति कराएगा।
ਉਹਨੂੰ ਬੰਧਨ ਪੈਂਦਾ ਹੀ ਨਹੀਂ, ਉਹ ਜਿਉਂਦਿਆਂ ਹੀ ਮੁਕਤ ਹੈ। ਕਹਿੰਦੇ ਬੰਧਨ ਹੋਤ ਨਹੀਂ ਪੁਨ ਤਾਹੂ, ਤੇ ਕਿਉਂ ਨਹੀਂ ਬੰਧਨ ਪੈਂਦੇ? ਰਹੇ ਸਮਾਏ ਬ੍ਰਹਮ ਕੇ ਮਾਹੂ, ਕਿਉਂਕਿ ਉਹ ਤੇ ਜਿਉਂਦੇ ਬ੍ਰਹਮ ਵਿੱਚ ਸਮਾ ਗਿਆ ਹੈ। ਸੁਣੀ ਸਿੱਖ ਪਾਰੋ ਹਰਖਾਇਓ, ਲੱਗਾ ਵਿਚਾਰਨ ਮਨ ਸੁਖ ਪਾਇਓ। ਔਰ ਭਾਈ ਪਾਰੋ ਜੁਲਕਾ ਜੀ ਨੇ ਇਹ ਸਾਰੀ ਗੁਰੂ ਸਾਹਿਬ ਦੀ ਸਿੱਖ ਬੜੇ ਧਿਆਨ ਦੇ ਨਾਲ ਸੁਣੀ, ਔਰ ਸੁਣ ਕੇ ਕੇਵਲ ਫਿਰ ਸਾਡੇ ਤਰ੍ਹਾਂ ਉੱਥੇ ਨਹੀਂ ਛੱਡ ਆਏ, ਕਹਿੰਦੇ ਫਿਰ ਉਹਦੇ ਤੇ ਵਿਚਾਰ ਵੀ ਕਰਨ ਲੱਗਿਆ। ਫਿਰ ਆਪਣੇ ਆਪ ਨੂੰ ਸਰੀਰ ਦੇ ਨਾਲੋਂ ਕਿਵੇਂ ਵੱਖਰਾ ਸਮਝਣਾ, ਸਰੀਰ ਅੱਡ ਹੈ, ਮੈਂ ਅੱਡ ਹਾਂ, ਇਹ ਕਿਵੇਂ ਪਤਾ ਲੱਗੇ? ਇਹਦੇ ਤੇ ਵਿਚਾਰ ਵੀ ਕਰਦਾ ਹੈ, ਕਮਾਈ ਵੀ ਕਰਦਾ ਹੈ। ਕਿਤਕ ਕਾਲ ਗੁਰ ਅੰਗਦ ਸੇਵ, ਪੁੰਨ ਪੇ ਅਮਰਦਾਸ ਗੁਰਦੇਵ। ਇਸ ਤਰ੍ਹਾਂ ਇਹ ਧਿਆਨ ਅੰਦਰ ਧਰਦਾ ਹੈ, ਅੰਦਰੋਂ ਆਪ ਆਪਣੇ ਆਪ ਨੂੰ ਲੱਭਦਾ ਹੈ, ਜਿਹਨੂੰ ਸਤਿਗੁਰੂ ਦੀ ਬਾਣੀ ਪਾਵਨ ਬਚਨ ਕਹਿੰਦੀ ਹੈ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਅੰਦਰ ਖੋਜ, ਪਰੇਸ਼ਾਨੀ ਆਪਣੇ ਆਪ ਦੂਰ ਹੋ ਜਾਣਗੀਆਂ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਇਸ ਭਾਈ ਪਾਰੋ ਜੁਲਕਾ ਨੇ ਸੇਵਾ ਕੀਤੀ। ਬਾਅਦ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਵੀ ਸਿੱਖ ਬਣਿਆ। ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੇ ਉਦੋਂ ਤੱਕ, ਜਦੋਂ ਤੱਕ ਬ੍ਰਹਮ ਗਿਆਨੀ ਬਣ ਗਿਆ ਸੀ, ਉਦੋਂ ਗੁਰੂ ਅਮਰਦਾਸ ਜੀ ਨੇ ਪਾਵਨ ਬਚਨ ਕਹੇ ਸਨ ਭਾਈ ਪਾਰੋ ਜੁਲਕਾ ਕਿ ਕਿਸੇ ਵੇਲੇ ਤੂੰ ਧੰਨ ਗੁਰੂ ਅੰਗਦ ਦੇਵ ਜੀ ਤੋਂ ਪੁੱਛਿਆ ਸੀ ਪਰਮਹੰਸ ਕੌਣ ਹੈ? ਭਾਈ ਪਾਰੋ ਜੁਲਕਾ ਪਰਮਹੰਸ ਤੇਰੇ ਵਰਗੇ ਹੁੰਦੇ ਨੇ, ਪਰਮਹੰਸ ਤੂੰ ਹੀ ਹੈ। ਇਸ ਭਾਈ ਪਾਰੋ ਜੁਲਕਾ ਨੂੰ ਫਿਰ ਪਰਮਹੰਸ ਦੀ ਪਦਵੀ ਮਿਲੀ ਸੀ। ਤਿੰਨ ਟਿਗ ਬਣਿਓ ਸੋ ਬ੍ਰਹਮ ਗਿਆਨੀ, ਆਗੇ ਕਰ ਹੈ ਕਥਾ ਬਖਾਨੀ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰਹਿ ਕੇ ਇਹਨੂੰ ਬ੍ਰਹਮ ਦਾ ਗਿਆਨ ਹੋਇਆ ਸੀ, ਪਰਮਹੰਸ ਬਣਿਆ ਸੀ। ਤੇ ਜਿਵੇਂ ਗੁਰੂ ਸਾਹਿਬ ਨੇ ਪਰਮਹੰਸ ਦੀ ਪਦਵੀ ਦਿੱਤੀ ਭਾਈ ਪਾਰੋ ਜੁਲਕਾ ਜੀ ਨੂੰ, ਆਗੇ ਕਰ ਹੈ ਕਥਾ ਬਖਾਨੀ। ਅੱਗੇ ਧੰਨ ਗੁਰੂ ਅਮਰਦਾਸ ਜੀ ਦੇ ਇਤਿਹਾਸ ਦੇ ਵਿੱਚ ਅੱਗੇ ਜਾ ਕੇ ਭਾਈ ਪਾਰੋ ਜੁਲਕਾ ਜੀ ਦੀ ਉਹ ਕਥਾ ਵੀ ਵਰਣਨ ਕਰਾਂਗੇ, ਕਿਵੇਂ ਪਰਮਹੰਸ ਬਣੇ, ਕਿਵੇਂ ਬ੍ਰਹਮ ਦੇ ਵਿੱਚ ਲੀਨ ਹੋਏ। ਔਰ ਭਾਈ ਪਾਰੋ ਜੁਲਕਾ ਨੂੰ ਕੇਵਲ ਪਰਮਹੰਸ ਨਹੀਂ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਜਦੋਂ ਧੰਨ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇਣੀ, ਉਸ ਤੋਂ ਪਹਿਲਾਂ ਭਾਈ ਪਾਰੋ ਜੁਲਕਾ ਨੂੰ ਕਿਹਾ ਸੀ ਕਿ ਪਾਰੋ ਜੁਲਕਾ ਮੰਗ, ਤੈਨੂੰ ਗੁਰਤਾ ਗੱਦੀ ਦੇ ਦਈਏ। ਔਰ ਭਾਈ ਪਾਰੋ ਜੁਲਕਾ ਦੇ ਵਿੱਚ ਇੰਨੀ ਕੁ ਨਿਮਰਤਾ ਸੀ ਕਿ ਸਤਿਗੁਰੂ ਜੀ ਇਹ ਗੁਰਤਾ ਗੱਦੀ ਤੇ ਗੁਰੂ ਜਨਾਂ ਨੂੰ ਪਾਉਂਦੀ ਹੈ, ਬਸ ਜੇ ਕਿਰਪਾ ਦੇ ਘਰ ਵਿੱਚ ਆਇਓ ਤੇ ਸਿੱਖੀ ਦੀ ਦਾਤ ਬਖਸ਼ ਕੇ ਰੱਖਿਓ, ਮੈਂ ਤਾਂ ਸਿੱਖ ਬਣ ਕੇ ਰਹਿਣਾ ਚਾਹੁੰਦਾ। ਇੱਥੇ ਕਵਿਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ। ਅਗਲੇ ਅਧਿਆਇ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਨੇ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਨੇ, ਗੁਰੂ ਸਾਹਿਬ ਜੀ ਉਪਦੇਸ਼ ਜਿਵੇਂ ਜਿਵੇਂ ਦਿੰਦੇ ਜਾਣਗੇ, ਵਿਚਾਰਦੇ ਜਾਵਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ